morning students, how are you? I hope you all are fine. Students, ਅੱਜ ਸਾਡਾ ਜਿਹੜਾ ਲੈਸਨ ਨੰਬਰ 8 ਆ ਜੋ ਹੈ ਅਪਾਹਿਜ, ਅਸੀਂ ਇਸ ਨੂੰ ਅੱਜ ਰੀਡ ਕਰਾਂਗੇ ਤੇ ਡਿਸਕਸ ਕਰਾਂਗੇ। ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਕੁ ਇੰਸਟਰਕਸ਼ਨ ਦੇਣਾ ਚਾਹੁੰਦੀ ਹਾਂ। ਇੰਸਟਰਕਸ਼ਨ ਕਿਸ ਰਿਗਾਰਡਿੰਗ ਹੈ? ਸਾਡੇ ਬੁੱਕ ਵਰਕ ਤੇ ਕੁਐਸਚਨ ਆਨਸਰਸ ਦੇ ਰਿਗਾਰਡਿੰਗ। ਸਟੂਡੈਂਟਸ, ਜੋ ਤੁਹਾਡਾ ਬੁੱਕ ਵਰਕ ਹੁੰਦਾ ਪਲੀਜ਼ ਉਹ ਤੁਸੀਂ ਆਪਣੇ ਬੁੱਕ ਤੇ ਹੀ ਕਰਨਾ ਗਾ। ਕਿਸੇ ਵੀ ਬੱਚੇ ਨੇ ਬੁੱਕ ਵਰਕ ਜਿਹੜਾ ਉਹ ਨੋਟਬੁੱਕ ਤੇ ਨਹੀਂ ਕਰਨਾ। ਤੇ ਜੋ ਅਸੀਂ ਨੋਟਬੁੱਕ ਤੇ ਸਿਰਫ ਕੁਐਸਚਨ ਆਨਸਰਸ ਹੀ ਕਰਾਂਗੇ। ਤੇ ਜੋ ਤੁਹਾਨੂੰ ਮੈਂ PDF ਬਣਾ ਕੇ ਸੈਂਡ ਕਰਾਂਗੀ, ਤੁਸੀਂ ਸਿਰਫ ਉਹੀ ਬੁੱਕ ਵਰਕ ਆ ਜਿਹੜਾ PDF ਜੋ ਬਣਾ ਕੇ ਸੈਂਡ ਕਰਾਂਗੀ, ਸਿਰਫ ਉਹੀ ਵਰਕ ਆ ਜਿਹੜਾ ਤੁਸੀਂ ਆਪਣੀ ਨੋਟਬੁੱਕ ਤੇ ਬੁੱਕ ਤੇ ਕਰਨਾ ਗਾ। ਵੀਡੀਓ ਵਾਲਾ ਵਰਕ ਆ ਜਿਹੜਾ ਸਾਡਾ ਉਹ ਨੋਟਬੁੱਕ ਤੇ ਨਹੀਂ ਕਰਨਾ। ਵੀਡੀਓ ਸਾਡੇ ਕਨਸੈਪਟ ਨੂੰ ਸਿਰਫ ਕਲੀਅਰ ਕਰਨ ਦੇ ਲਈ ਹੁੰਦੀ ਹੈ। ਜੇ ਕੋਈ ਸਾਡਾ ਡਾਊਟ ਰਹੇ ਤਾਂ ਸਾਨੂੰ ਉਸ ਦੁਆਰਾ ਸਮਝ ਸਕਦੇ ਹਾਂ। ਸਟੂਡੈਂਟਸ, ਸਾਡਾ ਅੱਜ ਦਾ ਟੌਪਿਕ ਹੈਗਾ ਅਪਾਹਿਜ। ਅਪਾਹਿਜ ਕੌਣ ਹੁੰਦਾ? ਜਿਹਦਾ ਕੋਈ ਇੱਕ ਅੰਗ ਜਿਹੜਾ ਕੰਮ ਨਾ ਕਰਦਾ ਹੋਵੇ। ਅਪਾਹਿਜ ਕੌਣ? ਅਪਾਹਿਜ ਉਸ ਇਨਸਾਨ ਨੂੰ ਕਹਿੰਦੇ ਹਨ ਵੀ ਜਿਹਦਾ ਸਰੀਰ ਦਾ ਕੋਈ ਵੀ ਇੱਕ ਅੰਗ ਜਿਹੜਾ ਕੰਮ ਨਾ ਕਰਦਾ ਹੋਵੇ, ਉਹਨੂੰ ਅਪਾਹਿਜ ਕਿਹਾ ਜਾਂਦਾ ਹੈ। ਕਿ ਸਾਨੂੰ ਅਪਾਹਿਜਾਂ ਦੀ ਮਦਦ ਕਰਨੀ ਚਾਹੀਦੀ ਹੈ। ਹਾਂਜੀ, ਸਾਨੂੰ ਅਪਾਹਿਜਾਂ ਦੀ ਮਦਦ ਕਰਨੀ ਚਾਹੀਦੀ ਹੈ। ਜੇਕਰ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ, ਉਹਨਾਂ ਦਾ ਹੌਸਲਾ ਵੱਧਦਾ ਅਤੇ ਉਹੀ ਹੌਸਲਾ ਉਹਨਾਂ ਨੂੰ ਅੱਗੇ ਵਧਣ ਵਿੱਚ ਮਦਦ ਕਰਦਾ ਹੈ। ਉਹ ਸਾਡੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਜੇਕਰ ਅਸੀਂ ਅਪਾਹਿਜ ਪ੍ਰਤੀ ਹਮਦਰਦੀ ਰੱਖਦੇ ਹਾਂ, ਉਹਨਾਂ ਪ੍ਰਤੀ ਪਿਆਰ ਦੀ ਭਾਵਨਾ ਰੱਖਦੇ ਹਾਂ, ਤਾਂ ਉਹ ਸਾਡੇ ਪ੍ਰਤੀ ਵਧੀਆ ਮਹਿਸੂਸ ਕਰਦੇ ਹਨ। ਜੇਕਰ ਅਸੀਂ ਉਹਨਾਂ ਦਾ ਮਜ਼ਾਕ ਉਡਾਉਂਦੇ ਹਾਂ ਤਾਂ ਉਹ ਸਾਡੇ ਪ੍ਰਤੀ ਵਧੀਆ ਮਹਿਸੂਸ ਨਹੀਂ ਕਰਦੇ। ਅਤੇ ਇਹਦੇ ਵਿੱਚ ਸਟੂਡੈਂਟਸ ਦੱਸਿਆ ਗਿਆ ਵੀ ਇੱਕ ਅਪਾਹਿਜ ਬੱਚਾ ਹੁੰਦਾ ਕਿਵੇਂ ਉਹ ਹੌਸਲੇ ਦੇ ਨਾਲ ਜਿਹੜਾ ਕੰਮ ਕਰਦਾ ਅਤੇ ਸਾਰਿਆਂ ਦਾ ਸਾਹਮਣਾ ਕਰਦਾ ਹੈ। ਸਕੂਲ ਵਿੱਚ ਇੱਕ ਅਜਿਹੇ ਵਿਦਿਆਰਥੀ ਦਾ ਦਾਖਲਾ ਹੋਇਆ ਜਿਸ ਦੀਆਂ ਦੋਵੇਂ ਲੱਤਾਂ ਪੋਲੀਓ ਹੁੰਦਾ ਇੱਕ ਬਿਮਾਰੀ ਹੈ ਰਾਜੇ। ਪੋਲੀਓ ਬਿਮਾਰੀ ਦਾ ਨਾਂ ਦੀ ਬਿਮਾਰੀ ਦਾ ਸ਼ਿਕਾਰ ਸਨ। ਉਸ ਲੱਕੜੀ ਦੀਆਂ ਫੌੜੀਆਂ ਹੁੰਦਾ, ਮਤਲਬ ਕਿ ਲੱਕੜ ਦੇ ਬਣੇ, ਜਿਵੇਂ ਆ ਬੱਚਾ ਨਾ ਇਹਦੇ ਸਪੋਰਟ ਨਾਲ ਤੁਰ, ਇਹਨਾਂ ਨੂੰ ਫੌੜੀਆਂ ਕਿਹਾ ਜਾਂਦਾ ਗਾ। ਫੌੜੀਆਂ ਦੇ ਆਸਰੇ ਨਾਲ ਹੌਲੀ ਹੌਲੀ ਤੁਰਦਾ ਜਮਾਤ ਵਿੱਚ ਦਾਖਲ ਹੋਇਆ। ਜਦੋਂ ਉਸਨੇ ਆਪਣੀ ਚੁਸਤ ਆਵਾਜ਼ ਵਿੱਚ ਮੇ ਆਈ ਕਮ ਇਨ ਸਰ, ਕਮ ਇਨ ਕਿਹਾ ਤਾਂ ਸਾਰੇ ਵਿਦਿਆਰਥੀਆਂ ਦਾ ਧਿਆਨ ਉਸ ਵੱਲ ਖਿੱਚਿਆ ਗਿਆ। ਆਗਿਆ ਮਿਲਣ ਉੱਪਰ ਉਹ ਹੌਲੀ ਹੌਲੀ ਤੁਰਦਾ ਹੋਇਆ ਕਮਰੇ ਵਿੱਚ ਦਾਖਲ ਹੋਇਆ। ਅਧਿਆਪਕ ਨੇ ਉਸ ਨੂੰ ਇੱਕ ਖਾਲੀ ਡੈਸਕ ਉੱਪਰ ਬੈਠ ਜਾਣ ਲਈ ਕਿਹਾ। ਉਸਦਾ ਬਸਤਾ ਸਕੂਲ ਦੇ ਚਪੜਾਸੀ ਨੇ ਫੜਿਆ ਹੋਇਆ ਸੀ। ਚਪੜਾਸੀ ਤੋਂ ਬਸਤਾ ਫੜਦੇ ਉਸਨੇ ਸ਼ੁਕਰੀਆ ਦੇ ਸ਼ਬਦ ਆਖੇ। ਸਾਰੀ ਜਮਾਤ ਦਾ ਧਿਆਨ ਇੱਕ ਵਾਰ ਫਿਰ ਉਸ ਵੱਲ ਚਲਾ ਗਿਆ। ਇਹਦੇ ਵਿੱਚ ਸਟੂਡੈਂਟਸ ਕੀ ਦੱਸਿਆ ਗਿਆ ਵੀ ਇੱਕ ਬੱਚਾ ਹੁੰਦਾ ਜਿਹੜਾ ਨਵਾਂ ਬੱਚਾ ਹੁੰਦਾ ਸਕੂਲ ਵਿੱਚ ਦਾਖਲਾ ਲਿਆ ਹੁੰਦਾ ਗਾ, ਜਿਹੜਾ ਵੀ ਪੋਲੀਓ ਦੀ ਬਿਮਾਰੀ ਕਰਕੇ ਜਿਹੜਾ ਸਹੀ ਢੰਗ ਨਾਲ ਤੁਰ ਨਹੀਂ ਸਕਦਾ ਹੁੰਦਾ ਗਾ, ਉਹ ਫੌੜੀਆਂ ਦੀ ਮਦਦ ਨਾਲ ਹੌਲੀ ਹੌਲੀ ਤੁਰਦਾ ਹੁੰਦਾ। ਵੀ ਜਦੋਂ ਉਹ ਬੱਚਾ ਕਲਾਸ 'ਚ ਹੁੰਦਾ ਤਾਂ ਉਹ ਬੜੀ ਹਾਜ਼ਰ ਜਵਾਬੀ ਨਾਲ ਟੀਚਰ ਜੋ ਅੰਦਰ ਆਉਣ ਦੀ ਪਰਮਿਸ਼ਨ ਲੈਂਦਾ ਗਾ ਅਤੇ ਆਗਿਆ ਮਿਲਣ 'ਤੇ ਉਹ ਕਮਰੇ ਵਿੱਚ ਦਾਖਲ ਹੋ ਜਾਂਦਾ। ਤਾਂ ਜਦੋਂ ਉਹ ਦਾਖਲ ਹੁੰਦਾ ਅਤੇ ਟੀਚਰਸ ਤੋਂ ਪਰਮਿਸ਼ਨ ਲੈਂਦਾ ਤਾਂ ਸਾਰੇ ਬੱਚਿਆਂ ਦਾ ਧਿਆਨ ਆ ਜਿਹੜਾ ਉਸ ਵੱਲ ਖਿੱਚਿਆ ਜਾਂਦਾ ਹੈ। ਟੀਚਰ ਜਦੋਂ ਉਹਨੂੰ ਪਰਮਿਸ਼ਨ ਦੇ ਦਿੰਦਾ, ਆਗਿਆ ਦੇ ਦਿੰਦਾ, ਤਾਂ ਬੱਚੇ ਨੂੰ ਡੈਸਕ 'ਤੇ ਬੈਠਣ ਲਈ ਕਹਿੰਦਾ ਗਾ ਅਤੇ ਉਹ ਬੱਚਾ ਚਪੜਾਸੀ ਤੋਂ ਆਪਣਾ ਬੈਗ ਫੜਦਾ ਅਤੇ ਚਪੜਾਸੀ ਦਾ ਉਹ ਧੰਨਵਾਦ ਕਰਦਾ ਗਾ। ਜਦੋਂ ਉਹ ਬੱਚਾ ਚਪੜਾਸੀ ਦਾ ਧੰਨਵਾਦ ਕਰ ਰਿਹਾ ਹੁੰਦਾ ਅਤੇ ਇੱਕ ਵਾਰ ਫਿਰ ਸਾਰੇ ਬੱਚੇ ਉਸ ਵੱਲ ਦੇਖਣ ਲੱਗ ਜਾਂਦੇ ਹਨ। ਅਧਿਆਪਕ ਨੇ ਉਸ ਬਾਰੇ ਪੁੱਛਿਆ ਤਾਂ ਉਹ ਆਪਣੇ ਉਸੇ ਚੁਸਤ ਅੰਦਾਜ਼ ਵਿੱਚ ਬੋਲਿਆ, ਸਰ ਮੇਰਾ ਨਾਂ ਗਗਨ ਹੈ। ਮੈਂ ਪਠਾਨਕੋਟ ਤੋਂ ਆ ਕੇ ਸਕੂਲ ਵਿੱਚ ਦਾਖਲ ਹੋਇਆ ਹਾਂ। ਮੇਰੇ ਪਿਤਾ ਜੀ ਸਰਕਾਰੀ ਬੈਂਕ ਮੈਨੇਜਰ ਹਨ ਅਤੇ ਉਹਨਾਂ ਦੀ ਬਦਲੀ ਇਸ ਸ਼ਹਿਰ ਵਿੱਚ ਹੋਈ ਹੈ। ਮੇਰੀਆਂ ਲੱਤਾਂ ਪੋਲੀਓ ਦੀ ਬਿਮਾਰੀ ਕਾਰਨ ਘੱਟ ਕੰਮ ਕਰਦੀਆਂ ਹਨ, ਪਰ ਤੁਸੀਂ ਫਿਕਰ ਨਾ ਕਰੋ, ਮੈਂ ਆਪਣਾ ਸਾਰਾ ਕੰਮ ਆਪ ਕਰ ਸਕਦਾ ਹਾਂ। ਇਹ ਸਾਰੇ ਵਾਕ ਉਸਨੇ ਅੰਗਰੇਜ਼ੀ ਵਿੱਚ ਆਖੇ। ਤਾਂ ਫਿਰ ਰਾਜੇ ਜਦੋਂ ਟੀਚਰਸ ਉਹਦੀ ਇੰਟਰੋਡਕਸ਼ਨ ਲੈਂਦੇ ਉਸ ਬਾਰੇ ਪੁੱਛਦੇ ਆ ਤਾਂ ਫਿਰ ਉਹ ਦੱਸਦਾ ਵੀ ਮੇਰਾ ਨਾਂ ਗਗਨ ਆ, ਵੀ ਮੈਂ ਪਹਿਲਾਂ ਪਠਾਨਕੋਟ ਰਹਿੰਦਾ ਸੀ, ਵੀ ਇਹ ਸਕੂਲ ਵਿੱਚ ਮੈਂ ਹੁਣ ਦਾਖਲਾ ਲਿਆ ਗਾ। ਵੀ ਦਾਖਲਾ ਲੈਣ ਦਾ ਕਾਰਨ ਕੀ ਆ? ਉਹਦੇ ਪਿਤਾ ਜੀ ਬੈਂਕ ਮੈਨੇਜਰ ਸੀ ਅਤੇ ਉਹਨਾਂ ਦੀ ਬਦਲੀ ਸੀ ਜਿਹੜੀ ਇਸ ਸ਼ਹਿਰ ਵਿੱਚ ਹੋ ਗਈ ਸੀਗੀ। ਵੀ ਉਹਦੀਆਂ ਜਿਹੜੀਆਂ ਲੱਤਾਂ ਨੇ ਉਹ ਪੋਲੀਓ ਦੀ ਬਿਮਾਰੀ ਕਾਰਨ ਵੀ ਘੱਟ ਕੰਮ ਕਰਦੀਆਂ ਨੇ। ਵੀ ਪਰ ਟੀਚਰਸ ਨੂੰ ਉਹ ਕਹਿੰਦਾ ਵੀ ਮੈਨੂੰ ਪੋਲੀਓ ਦੀ ਬਿਮਾਰੀ ਕਾਰਨ ਵੀ ਮੇਰੇ ਸਟੱਡੀ 'ਤੇ ਕੋਈ ਇਫੈਕਟ ਨਹੀਂ ਪਊਗਾ, ਵੀ ਮੇਰੇ 'ਚ ਇੰਨੀ ਹਿੰਮਤ ਹੈਗੀ ਵੀ ਮੈਂ ਆਪਣਾ ਸਾਰਾ ਕੰਮ ਜਿਹੜਾ ਆਪ ਕਰ ਦਾਂਗਾ। ਅਤੇ ਜਿਹੜੇ ਸਾਰੇ ਸ਼ਬਦ ਉਹਨੇ ਟੀਚਰ ਨੂੰ ਕਹੇ ਸੀ ਉਹਨੇ ਬੜੇ ਹਾਜ਼ਰ ਜਵਾਬੀ 'ਚ ਇੰਗਲਿਸ਼ ਵਿੱਚ ਬੋਲ ਕੇ ਕਹੇ ਸਨ। ਅਧਿਆਪਕ ਨੇ ਫਿਰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਹਾਲੇ ਉਸਨੇ ਬੋਰਡ ਉੱਪਰ ਕੁਝ ਲਿਖਿਆ ਹੀ ਸੀ ਕਿ ਗਗਨ ਦਾ ਬਸਤਾ ਜ਼ਮੀਨ ਉੱਪਰ ਡਿੱਗ ਪਿਆ। ਬਸਤੇ ਡਿੱਗਣ ਦਾ ਖੜਾਕ ਹੁੰਦਾ ਆਵਾਜ਼ ਹੋਇਆ। ਉਹ ਸਾਰੇ ਬੱਚੇ ਗਗਨ ਵੱਲ ਦੇਖ ਰਹੇ ਸਨ। ਉਸਨੇ ਬਸਤਾ ਚੁੱਕਿਆ ਤਾਂ ਉਸਦੀ ਇੱਕ ਫੌੜੀ ਡਿੱਗ ਪਈ। ਸਾਰੇ ਬੱਚੇ ਉਸ ਵੱਲ ਦੇਖ ਕੇ ਹੱਸ ਪਏ। ਫਿਰ ਹਿੰਮਤ ਚੁੱਪ ਰਹੀ। ਵੀ ਰਾਜੇ ਜਦੋਂ ਟੀਚਰਸ ਨੂੰ ਆਪਣੇ ਬਾਰੇ ਇੰਟਰੋਡਕਸ਼ਨ ਦੇ ਦਿੰਦਾ ਤਾਂ ਫਿਰ ਟੀਚਰਸ ਉਹਨਾਂ ਦਾ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਗਾ। ਵੀ ਹਾਲੇ ਟੀਚਰ ਦਾ ਜਿਹੜਾ ਬੋਰਡ 'ਤੇ ਕੁਝ ਲਿਖ ਹੀ ਰਿਹਾ ਹੁੰਦਾ, ਵੀ ਜਿਹੜਾ ਗਗਨ ਦਾ ਬੈਗ ਹੁੰਦਾ ਉਹ ਜ਼ਮੀਨ 'ਤੇ ਗਿਰ ਜਾਂਦਾ ਗਾ। ਜ਼ਮੀਨ 'ਤੇ ਗਿਰਨ ਕਰਕੇ ਜਿਹੜਾ ਉਹਦਾ ਆਵਾਜ਼ ਪੈਦਾ ਹੁੰਦੀ ਹੈ, ਤਾਂ ਆਵਾਜ਼ ਪੈਦਾ ਹੋਣ ਕਰਕੇ ਸਾਰੇ ਬੱਚਿਆਂ ਦਾ ਧਿਆਨ ਉਸ ਵੱਲ ਖਿੱਚਿਆ ਜਾਂਦਾ।
ਜਦੋਂ ਗਗਨ ਆਪਣਾ ਬੈਗ ਚੁੱਕਣ ਦੀ ਕੋਸ਼ਿਸ਼ ਕਰਦਾ ਤਾਂ ਜਿਹੜੀ ਉਹਦੀ ਇੱਕ ਫੌੜੀ ਹੁੰਦੀ ਆ ਉਹ ਨੀਚੇ ਗਿਰ ਜਾਂਦੀ ਆ। ਜਦੋਂ ਉਹਦੀ ਫੌੜੀ ਨੀਚੇ ਗਿਰ ਜਾਂਦੀ ਤਾਂ ਸਾਰੇ ਬੱਚੇ ਜਿਹੜੇ ਹੱਸਣਾ ਸ਼ੁਰੂ ਕਰ ਦਿੰਦੇ ਆ। ਦੇ ਉਸੇ ਕਲਾਸ ਵਿੱਚ ਕੀ ਹੇਮਨ ਨਾਂ ਦੀ ਬਹੁਤ ਸਮਝਦਾਰ ਕੁੜੀ ਹੁੰਦੀ ਹੈ ਜਿਹੜੀ ਸਿਰਫ ਉਹ ਆਪ ਚੁੱਪ ਰਹਿੰਦੀ ਹੈ। ਅੱਧੀ ਛੁੱਟੀ ਵੇਲੇ ਜਦੋਂ ਸਾਰੇ ਬੱਚੇ ਆਪੋ ਆਪਣਾ ਖਾਣਾ ਖਾ ਰਹੇ ਸਨ ਤਾਂ ਹੇਮਨ ਨੇ ਦੇਖਿਆ ਕਿ ਗਗਨ ਚੁੱਪ ਕਰਕੇ ਬੈਠਾ ਹੋਇਆ ਸੀ। ਫਿਰ ਬਾਕੀ ਬੱਚੇ ਬਾਹਰ ਖੇਡਣ ਲਈ ਜਾ ਰਹੇ ਸਨ ਪਰ ਗਗਨ ਆਪਣੀ ਸੀਟ ਉੱਪਰ ਬੈਠਾ ਰਿਹਾ। ਉਹ ਬੱਚਿਆਂ ਨੂੰ ਬਾਹਰ ਖੇਡਦਾ ਦੇਖਦਾ ਰਿਹਾ। ਹੇਮਨ ਆਪਣੀ ਸੀਟ ਤੋਂ ਉੱਠੀ ਤੇ ਗਗਨ ਕੋਲ ਚਲੀ ਗਈ। ਫਿਰ ਜਦੋਂ ਅੱਧੀ ਛੁੱਟੀ ਹੁੰਦੀ ਹੈ ਸਾਰੇ ਬੱਚੇ ਆਪੋ ਆਪਣਾ ਖਾਣਾ ਖਾ ਕੇ ਬਾਹਰ ਖੇਡਣ ਲਈ ਚਲੇ ਜਾਂਦੇ ਆ। ਅਤੇ ਜਦੋਂ ਬੱਚੇ ਬਾਹਰ ਚਲੇ ਜਾਂਦੇ ਤਾਂ ਹੇਮਨ ਕੀ ਦੇਖਦੇ ਵੀ ਜਿਹੜਾ ਗਗਨ ਹੁੰਦਾ ਉਹ ਆਪਣੀ ਸੀਟ 'ਤੇ ਹੀ ਬੈਠਾ ਵੀ ਬੱਚਿਆਂ ਨੂੰ ਬਾਹਰ ਖੇਡਦਿਆਂ ਦੇਖ ਰਿਹਾ ਹੁੰਦਾ ਗਾ। ਤਾਂ ਫਿਰ ਉਹ ਜਿਹੜੀ ਹੇਮਨ ਹੁੰਦੀ ਆ ਉਹ ਆਪਣੀ ਜਗ੍ਹਾ ਤੋਂ ਉੱਠ ਕੇ ਗਗਨ ਕੋਲ ਚਲੀ ਜਾਂਦੀ ਹੈ। ਹੈਲੋ ਮੈਂ ਹੇਮਨ ਹਾਂ, ਤਾਂ ਉਹ ਆਪਣੇ ਬਾਰੇ ਇੰਟਰੋਡਿਊਸ ਕਰਾਉਂਦੀ ਹੈ ਗਗਨ ਨੂੰ। ਹੈਲੋ ਮੈਂ ਗਗਨ। ਦੋਹਾਂ ਨੇ ਹੱਥ ਮਿਲਾਇਆ। ਖਾਣਾ ਨਹੀਂ ਖਾਧਾ, ਹੇਮਨ ਨੇ ਪੁੱਛਿਆ। ਵੀ ਹੇਮਨ ਉਹ ਤੋਂ ਪੁੱਛਦੀ ਆ ਵੀ ਤੂੰ ਖਾਣਾ ਕਿਉਂ ਨਹੀਂ ਖਾਧਾ, ਵੀ ਇਹ ਤਾਂ ਲੰਚ ਬ੍ਰੇਕ ਸੀਗੇ। ਨਹੀਂ ਮੈਨੂੰ ਭੁੱਖ ਨਹੀਂ, ਗਗਨ ਨੇ ਕਿਹਾ। ਗਗਨ ਉਹਨੂੰ ਕਹਿੰਦੇ ਮੈਨੂੰ ਭੁੱਖ ਨਹੀਂ ਵੀ ਇਸ ਲਈ ਮੈਂ ਖਾਣਾ ਨਹੀਂ ਖਾਧਾ। ਭੁੱਖ ਨਹੀਂ ਜਾਂ ਮੈਂ ਲੈ ਕੇ ਨਹੀਂ ਆਇਆ, ਹੇਮਨ ਨੇ ਹੱਸਦੇ ਹੋਏ ਕਿਹਾ। ਇਸ ਦੇ ਜਵਾਬ 'ਚ ਗਗਨ ਸਿਰਫ ਮੁਸਕਰਾ ਕੇ ਬਾਹਰ ਦੇਖਣ ਲੱਗ ਪਿਆ। ਫਿਰ ਉਹਨੂੰ ਹੇਮਨ ਕਹਿੰਦੀ ਹੈ ਵੀ ਤੂੰ ਵੀ ਤਾਂ ਨਹੀਂ ਖਾਣਾ ਖਾ ਰਿਹਾ ਵੀ ਤੂੰ ਆਪਣੇ ਨਾਲ ਖਾਣਾ ਲੈ ਕੇ ਨਹੀਂ ਆਇਆ ਗਾ ਅਤੇ ਭੁੱਖ ਦਾ ਤਾਂ ਤੂੰ ਸਿਰਫ ਬਹਾਨਾ ਬਣਾ ਰਿਹਾ ਹੈ। ਮੈਂ ਬਾਹਰ ਜਾ ਰਹੀ ਹਾਂ, ਕੁਝ ਖਾਣ ਲਈ ਚਾਹੀਦਾ ਹੈ। ਸਾਡੇ ਸਕੂਲ 'ਚ ਕੰਟੀਨ ਹੁੰਦੀ, ਇੱਥੇ ਖਾਣ ਪੀਣ ਦਾ ਸਮਾਨ ਮਿਲਦਾ ਹੈ ਅਤੇ ਕੰਟੀਨ ਉੱਪਰ ਬਰਗਰ ਮਿਲਦਾ ਹੈ ਗਰਮ ਗਰਮ, ਹੇਮਨ ਨੇ ਕਿਹਾ। ਫਿਰ ਉਹ ਕਹਿੰਦੀ ਹੈ ਮੈਂ ਬਾਹਰ ਜਾ ਰਹੀ ਹਾਂ, ਜੇਕਰ ਤੂੰ ਕੁਝ ਖਾਣਾ ਗਾ ਤਾਂ ਵੀ ਮੇਰੇ ਤੋਂ ਮੰਗਵਾ ਸਕਦਾ, ਵੀ ਆਪਣੇ ਸਕੂਲ 'ਚ ਕੰਟੀਨ ਆ ਉੱਥੋਂ ਸਭ ਕੁਝ ਖਾਣ ਨੂੰ ਮਿਲਦਾ ਗਾ। ਨਹੀਂ ਸ਼ੁਕਰੀਆ, ਮੈਂ ਠੀਕ ਹਾਂ, ਮੈਨੂੰ ਕੁਝ ਨਹੀਂ ਚਾਹੀਦਾ। ਹੇਮਨ ਦੀ ਸਹੇਲੀ ਨਿਸ਼ਾ ਉਸ ਨੂੰ ਬੁਲਾ ਰਹੀ ਸੀ ਅਤੇ ਉਹ ਦੋਵੇਂ ਬਾਹਰ ਚਲੀਆਂ ਗਈਆਂ। ਕੁਝ ਦੇਰ ਬਾਅਦ ਉਹ ਦੋਵੇਂ ਵਾਪਸ ਆਈਆਂ ਅਤੇ ਹੇਮਨ ਨੇ ਦੇਖਿਆ ਕਿ ਗਗਨ ਆਪਣੀ ਸੀਟ ਉੱਪਰ ਫਿਰ ਰਾਜੇ ਜਿਹੜੀ ਨੇ ਹੇਮਨ ਹੁੰਦੀ ਉਹ ਨਿਸ਼ਾ ਦੇ ਨਾਲ ਬਾਹਰ ਚਲੀ ਜਾਂਦੀ ਆ। ਅਤੇ ਜਦੋਂ ਉਹ ਵਾਪਸ ਆ ਕੇ ਦੇਖਦੀ ਆ ਨਿਸ਼ਾ ਤੇ ਹੇਮਨ ਜਦੋਂ ਬਾਹਰੋਂ ਆ ਕੇ ਅੰਦਰ ਦੇਖਦੀਆਂ ਬੈਠਾ ਹੀ ਹੋਇਆ ਸੀ ਵੀ ਗਗਨ ਆਪਣੀ ਸੀਟ 'ਤੇ ਬੈਠਾ ਹੋਇਆ ਸੀ। ਕੁਝ ਮੁੰਡੇ ਉਸਦੇ ਦੁਆਲੇ ਹੋ ਗਏ ਸਨ। ਇੱਕ ਮੁੰਡਾ ਗਗਨ ਦੀ ਫੌੜੀ ਨੂੰ ਹੱਥ ਵਿੱਚ ਫੜ ਕੇ ਉਸਦੀ ਪੜਤਾਲ ਕਰ ਰਿਹਾ ਸੀ, ਦੂਜਾ ਉਸ ਤੋਂ ਫੌੜੀ ਖੋਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਇੱਕ ਹੋਰ ਬੱਚੇ ਨੇ ਉਸ ਫੌੜੀ ਨਾਲ ਕ੍ਰਿਕਟ ਖੇਡਣ ਵਾਲੇ ਬੈਟ ਦੇ ਅੰਦਾਜ਼ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਹੇਮਨ ਨੇ ਅੱਗੇ ਵੱਧ ਕੇ ਉਹ ਫੌੜੀ ਫੜ ਲਈ ਅਤੇ ਮੁੰਡੇ ਤੋਂ ਖੋਹ ਕੇ ਗਗਨ ਨੂੰ ਵਾਪਸ ਕਰ ਦਿੱਤੀ। ਫਿਰ ਜਦੋਂ ਉਹ ਦੇਖਦੀ ਵੀ ਉਹਦੀ ਕਲਾਸ ਦੇ ਮੁੰਡੇ ਹੁੰਦੇ ਜਿਹੜਾ ਗਗਨ ਦਾ ਮਜ਼ਾਕ ਉਡਾ ਰਹੇ ਹੁੰਦੇ ਆ ਵੀ ਉਹਦੀ ਕਲਾਸ ਦੇ ਮੁੰਡੇ ਕੀ ਹੁੰਦੇ ਆ ਵੀ ਗਗਨ ਤੋਂ ਉਹਦੀ ਫੌੜੀ ਫੜ ਲੈਂਦੇ ਆ ਅਤੇ ਉਹਨੂੰ ਦੇਖਣ ਲੱਗ ਜਾਂਦਾ। ਇੱਕ ਬੱਚਾ ਵੀ ਉਸ ਫੌੜੀ ਨੂੰ ਵੀ ਬੈਟ ਦੀ ਤਰ੍ਹਾਂ ਬਣਾ ਕੇ ਉਹਦੇ ਨਾਲ ਕ੍ਰਿਕਟ ਖੇਡਣ ਦਾ ਅੰਦਾਜ਼ ਕਰਨ ਦੀ ਕੋਸ਼ਿਸ਼ ਕਰਦਾ ਗਾ। ਹੇਮਨ ਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਦਾ ਤਾਂ ਉਹ ਕੀ ਕਰਦੀ ਆਪਣੀ ਕਲਾਸ ਦੇ ਮੁੰਡਿਆਂ ਤੋਂ ਗਗਨ ਦੀ ਫੌੜੀ ਫੜ ਕੇ ਉਹਨੂੰ ਵਾਪਸ ਕਰ ਦਿੰਦੀ ਹੈ। ਹੇਮਨ ਸਮਝ ਗਈ ਸੀ ਕਿ ਉਸ ਦੀ ਜਮਾਤ ਦੇ ਬੱਚੇ ਗਗਨ ਨੂੰ ਨਵਾਂ ਸਮਝ ਕੇ ਤੰਗ ਕਰ ਰਹੇ ਸਨ। ਤਾਂ ਹੇਮਨ ਨੂੰ ਪਤਾ ਲੱਗ ਗਿਆ ਸੀ ਵੀ ਇਹ ਬੱਚੇ ਨੇ ਵੀ ਉਹਨਾਂ ਨੂੰ ਗਗਨ ਜਿਹੜਾ ਨਵਾਂ ਆਇਆ ਹੋਇਆ ਵੀ ਇਸ ਕਰਕੇ ਉਹਨੂੰ ਜਾਣਬੁੱਝ ਕੇ ਉਹ ਤੰਗ ਕਰ ਰਹੇ ਹਨ। ਹੇਮਨ ਨੇ ਉਹ ਫੌੜੀ ਵਾਪਸ ਗਗਨ ਦੀ ਸੀਟ ਕੋਲ ਰੱਖੀ ਅਤੇ ਨਿਸ਼ਾ ਤੋਂ ਇੱਕ ਲਿਫਾਫਾ ਫੜ ਕੇ ਗਗਨ ਦੇ ਅੱਗੇ ਰੱਖ ਦਿੱਤਾ। ਮੈਨੂੰ ਪਤਾ ਹੈ ਤੈਨੂੰ ਭੁੱਖ ਲੱਗੀ ਹੋਵੇਗੀ, ਮੈਨੂੰ ਸਿਰਫ ਇਹ ਬਰਗਰ ਹੀ ਮਿਲ ਸਕਿਆ। ਦੇਖ ਕਹੋ ਜਾਏ ਸਾਡੀ ਕੰਟੀਨ ਦਾ ਬਰਗਰ। ਵੀ ਜਦੋਂ ਦੇਖਦੇ ਬੱਚਿਆਂ ਨੂੰ ਤੰਗ ਕਰਦੇ ਆ ਤਾਂ ਫਿਰ ਉਹ ਗਗਨ ਨੂੰ ਫੌੜੀ ਫੜ ਕੇ ਉਹਨੂੰ ਫੜਾ ਦਿੰਦੀ ਹੈ। ਫਿਰ ਉਹ ਗਗਨ ਨੂੰ ਆਪਣੀ ਸੀਟ ਕੋਲ ਉਹਦੀ ਜਿਹੜੀ ਫੌੜੀ ਹੁੰਦੀ ਹੈ ਗਗਨ ਕੋਲ ਰੱਖ ਦਿੰਦੀ ਹੈ ਅਤੇ ਉਹਨੂੰ ਇੱਕ ਲਿਫਾਫਾ ਦਿੰਦੀ ਹੈ। ਲਿਫਾਫੇ ਵਿੱਚ ਉਹਨੂੰ ਕਹਿੰਦੀ ਵੀ ਮੈਨੂੰ ਪਤਾ ਤੈਨੂੰ ਭੁੱਖ ਲੱਗੀ ਹੋਈ ਆ ਵੀ ਇਸ ਲਈ ਮੈਂ ਤੇਰੇ ਕੋਲ ਬਰਗਰ ਲੈ ਕੇ ਆਈ ਹਾਂ, ਵੀ ਅੱਜ ਸਿਰਫ ਕੰਟੀਨ 'ਤੇ ਮੈਨੂੰ ਬਰਗਰ ਹੀ ਮਿਲਿਆ ਵੀ ਇਸ ਲਈ ਤੂੰ ਇਹਨੂੰ ਖਾ ਕੇ ਆਪਣੀ ਭੁੱਖ ਜਿਹੜੀ ਮਿਟਾ ਲੈ। ਮੈਨੂੰ ਇਸ ਦੀ ਬਿਲਕੁਲ ਆਦਤ ਨਹੀਂ, ਤੁਸੀਂ ਖਾਓ, ਗਗਨ ਨੇ ਕਿਹਾ। ਕੋਈ ਸ਼ਰਮਾ ਰਿਹਾ ਸੀ। ਚੌਥੀ ਜਮਾਤ ਦੇ ਬੱਚੇ ਸ਼ਰਮਾਕਲ ਨਹੀਂ ਹੁੰਦੇ, ਸ਼ਰਮਾਕਲ ਹੁੰਦਾ ਰਾਜੇ ਸੰਗਾਊ ਜਿਹੜੇ ਸੰਗਦੇ ਹੁੰਦੇ ਆ। ਪਰ ਇਹ ਗਗਨ ਸੀ ਉਹ ਕੁਝ ਝੇਪ ਵੀ ਰਿਹਾ ਸੀ। ਫਿਰ ਹੇਮਨ ਉਹਨੂੰ ਕਹਿੰਦੀ ਵੀ ਜਿਹੜੇ 4th ਕਲਾਸ ਦੇ ਬੱਚੇ ਹੁੰਦੇ ਉਹ ਵੀ ਕਦੇ ਸੰਗਦੇ ਨਹੀਂ ਹੁੰਦੇ ਵੀ ਇਸ ਲਈ ਤੂੰ ਖਾ। ਗਗਨ ਉਹਨੂੰ ਜਵਾਬ ਦਿੰਦਾ ਮੈਨੂੰ ਇਹ ਖਾਣ ਦੀ ਆਦਤ ਨਹੀਂ ਹੈਗੀ ਵੀ ਇਸ ਲਈ ਤੁਸੀਂ ਖਾ ਸਕਦੇ ਹੋ। ਤਾਂ ਹੇਮਨ ਕਹਿੰਦੀ ਵੀ ਤੈਨੂੰ ਸੰਗਣ ਦੀ ਲੋੜ ਨਹੀਂ, ਤੂੰ ਆਪਣੀ ਝੇਪ ਨੂੰ ਦੂਰ ਕਰ ਅਤੇ ਇਸ ਬਰਗਰ ਨੂੰ ਖਾ ਕੇ ਆਪਣੀ ਭੁੱਖ ਮਿਟਾ ਲੈ। ਨਹੀਂ ਇਹ ਮੇਰੇ ਵੱਲੋਂ ਹੈ ਤੇਰੇ ਲਈ, ਨਵੇਂ ਸਕੂਲ ਵਿੱਚ ਤੇਰੇ ਸਵਾਗਤ ਲਈ। ਨਿਸ਼ਾ ਹੈ ਨਾਲ ਦੇ ਸੈਕਸ਼ਨ ਵਿੱਚ ਹੈ ਪਰ ਮੇਰੇ ਘਰ ਦੇ ਨਜ਼ਦੀਕ ਹੀ ਰਹਿੰਦੀ। ਹੇਮਨ ਨੇ ਨਿਸ਼ਾ ਦੀ ਜਾਣ ਪਛਾਣ ਵੀ ਕਰਵਾ ਦਿੱਤੀ। ਫਿਰ ਹੇਮਨ ਉਹਨੂੰ ਸਤਿਕਾਰ ਨਾਲ ਕਹਿੰਦੀ ਵੀ ਨਹੀਂ ਤੂੰ ਸਾਡੇ ਸਕੂਲ 'ਚ ਨਵਾਂ ਸਟੂਡੈਂਟ ਹੈ ਇਸ ਲਈ ਤੇਰੇ ਸਵਾਗਤ ਲਈ ਮੇਰੇ ਵੱਲੋਂ ਇਹ ਬਰਗਰ ਆ। ਵੀ ਜਿਹੜੀ ਮੇਰੀ ਫਰੈਂਡ ਹੈ ਨਿਸ਼ਾ ਗਈ ਆਪਣੇ ਨਾਲ ਦੇ ਸੈਕਸ਼ਨ ਦੇ ਵਿੱਚ ਵੀ ਇਹ ਘਰ ਦੇ ਮੇਰੇ ਨਜ਼ਦੀਕ ਆ, ਇਸ ਲਈ ਉਹ ਨਿਸ਼ਾ ਅਤੇ ਗਗਨ ਦੀ ਆਪਸ ਵਿੱਚ ਜਾਣ ਪਛਾਣ ਕਰਵਾਉਂਦੀ ਹੈ।
ਗਗਨ ਨੇ ਝਿਜਕਦੇ ਹੁੰਦਾ ਗਾ ਸ਼ਰਮਾਉਂਦੇ ਹੋਏ ਬਰਗਰ ਖਾਣਾ ਸ਼ੁਰੂ ਕਰ ਦਿੱਤਾ। ਹੇਮਨ ਨੇ ਉਸਨੂੰ ਦੱਸਿਆ, ਤੇਰਾ ਮੁਕਾਬਲਾ ਹੁਣ ਮੇਰੇ ਨਾਲ ਹੋਵੇਗਾ। ਤੇਰੇ ਨਾਲ ਉਹ ਕਿਵੇਂ? ਗਗਨ ਨੇ ਪੁੱਛਿਆ। ਕਿਉਂਕਿ ਹੁਣ ਮੈਂ ਇਸ ਜਮਾਤ ਵਿੱਚ ਸਭ ਤੋਂ ਅੱਗੇ ਰਹਿੰਦੀ ਹੈ, ਹੇਮਨ ਨੇ ਗਗਨ ਨੂੰ ਕਿਹਾ। ਤਾਂ ਫਿਰ ਹੇਮਨ ਹੁੰਦੀ ਜਿਹੜੀ ਆਪਣੀ ਕਲਾਸ 'ਚ ਬਹੁਤ ਹੁਸ਼ਿਆਰ ਕੁੜੀ ਹੁੰਦੀ ਹੈ, ਅਤੇ ਉਹ ਗਗਨ ਨੂੰ ਕਹਿੰਦੇ ਵੀ ਹੁਣ ਤੇਰਾ ਮੁਕਾਬਲਾ ਸਿਰਫ ਵੀ ਮੇਰੇ ਨਾਲ ਹੈ, ਕਿਉਂਕਿ ਇਸ ਵਾਰ ਹਰ ਵਾਰ ਇਸ ਕਲਾਸ 'ਚ ਮੈਂ ਹੀ ਪਹਿਲੇ ਨੰਬਰ 'ਤੇ ਆਉਂਦੀ ਹਾਂ। ਫਿਰ ਵੀ ਜੇ ਪਿਛਲੇ ਕੰਮ ਲਈ ਕਾਪੀਆਂ ਚਾਹੀਦੀਆਂ ਹੋਣਗੀਆਂ ਤਾਂ ਮੰਗ ਲੈਣਾ। ਸਾਡੇ ਸਕੂਲ ਵਿੱਚ ਇੱਕ ਦੂਜੇ ਨਾਲ ਕਾਪੀਆਂ ਅਤੇ ਨੋਟਸ ਨਹੀਂ ਵਟਾਉਂਦੇ। ਅਧਿਆਪਕ ਦੀ ਮਰਜ਼ੀ ਤੋਂ ਬਿਨਾਂ ਚਾਹ ਕਰਨ ਦੀ ਇਜਾਜ਼ਤ ਮਤਲਬ ਹੁੰਦਾ ਰਾਜੇ ਆਗਿਆ ਨਹੀਂ। ਹੇਮਨ ਨੇ ਗਗਨ ਨੂੰ ਸਕੂਲ ਦੇ ਨਿਯਮ ਸਮਝਾ ਦਿੱਤੇ। ਫਿਰ ਉਹ ਗਗਨ ਨੂੰ ਸਕੂਲ ਦੇ ਨਿਯਮ ਸਮਝਾਉਂਦੀ ਹੈ ਵੀ ਜੇਕਰ ਤੇਰਾ ਪਿਛਲਾ ਕੰਮ ਰਹਿੰਦਾ ਗਾ ਤੂੰ ਮੇਰੇ ਤੋਂ ਕਾਪੀਆਂ ਲੈ ਸਕਦਾ ਗਾ, ਵੀ ਪਰ ਸਾਡੇ ਸਕੂਲ ਵਿੱਚ ਇੱਕ ਨਿਯਮ ਆ ਵੀ ਕੋਈ ਵੀ ਬੱਚਾ ਆਪਣੀ ਬੁੱਕ ਅਤੇ ਨੋਟਬੁੱਕ ਜਾਂ ਨੋਟਿਸ ਉਹ ਕਿਸੇ ਬੱਚੇ ਨੂੰ ਨਹੀਂ ਦਿੰਦਾ ਜਿੰਨਾ ਚਿਰ ਟੀਚਰਸ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੰਦੇ। ਸਕੂਲ ਵਿੱਚ ਅਕਸਰ ਬੱਚੇ ਗਗਨ ਦਾ ਮਜ਼ਾਕ ਉਡਾਉਂਦੇ ਸਨ, ਉਸਦੇ ਤੁਰਨ ਦੀ ਨਕਲ ਉਤਾਰਦੇ। ਉਸ ਵੇਲੇ ਇਸ ਸਭਾ ਦੇ ਵਿਰੋਧ ਵਿੱਚ ਹੇਮਨ ਹੀ ਖੜੀ ਹੁੰਦੀ। ਇਸ ਵਾਰ ਭਾਸ਼ਣ ਮੁਕਾਬਲੇ ਲਈ ਹੇਮਨ ਨੇ ਆਪਣੇ ਬੋਲਣ ਦਾ ਜਿਹੜਾ ਵਿਸ਼ਾ ਚੁਣਿਆ ਉਹ ਅਪਾਹਜ ਹੋਣ ਦੇ ਅਹਿਸਾਸ ਬਾਰੇ ਸੀ। ਤਾਂ ਰਾਜੇ ਫਿਰ ਕੀ ਹੁੰਦਾ ਸੀ ਵੀ ਜਿਹੜਾ ਗਗਨ ਸੀਗਾ ਉਹ ਅਪਾਹਜ ਹੋਣ ਕਰਕੇ ਵੀ ਬੱਚੇ ਸੀ ਜਿਹੜਾ ਉਹਦਾ ਮਜ਼ਾਕ ਉਡਾਉਂਦੇ ਰਹਿੰਦੇ ਸੀਗੇ। ਤਾਂ ਹੇਮਨ ਸੀ ਜਿਹੜੀ ਹਮੇਸ਼ਾ ਵੀ ਉਹਦੇ ਹੱਕ ਵਿੱਚ ਖੜਦੀ ਸੀ ਗਗਨ ਦੇ ਵਿੱਚ। ਅਤੇ ਫਿਰ ਉਹਨੇ ਆਪਣੀ ਕਲਾਸ ਵਿੱਚ ਭਾਸ਼ਣ ਦੇਣਾ ਸ਼ੁਰੂ ਕੀਤਾ ਸੀ। ਉਹਦਾ ਵਿਸ਼ਾ ਸੀ, ਉਹਨੇ ਅਪਾਹਜ ਹੀ ਲਿਆ ਸੀ। ਹੇਮਨ ਨੇ ਸਾਰੀ ਜਮਾਤ ਨੂੰ ਆਪਣੇ ਵਿਚਾਰਾਂ ਬਾਰੇ ਜਾਣੂ ਕਰਾਇਆ। ਉਸਨੇ ਦੱਸਿਆ ਕਿ ਕਿਸੇ ਦਾ ਵੀ ਉਸਦੇ ਲਾਚਾਰ ਹੋਣ ਦਾ ਮਖੌਲ ਨਹੀਂ ਉਡਾਉਣਾ ਚਾਹੀਦਾ। ਹੇਮਨ ਦੇ ਪਿਤਾ ਬਚਪਨ ਤੋਂ ਹੀ ਅਪਾਹਜ ਹਨ, ਉਹ ਵੀਲ ਚੇਅਰ ਦੀ ਮਦਦ ਨਾਲ ਇੱਧਰ ਉੱਧਰ ਆਉਂਦੇ ਜਾਂਦੇ ਹਨ, ਪਰ ਉਹ ਬਹੁਤ ਵਧੀਆ ਮਨੁੱਖ ਹਨ। ਫਿਰ ਹੇਮਨ ਦੱਸਦੇ ਵੀ ਸਾਨੂੰ ਕਿਸੇ ਵੀ ਇਨਸਾਨ ਦੇ ਲਾਚਾਰ ਹੋਣ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਵੀ ਉਹ ਇਹ ਗੱਲ ਤਾਂ ਸਮਝਦੀ ਉਹਦੇ ਪਿਤਾ ਨੇ ਜਿਹੜੇ ਉਹ ਖੁਦ ਅਪਾਹਜ ਨੇ ਬਚਪਨ ਤੋਂ ਹੀ, ਵੀ ਉਹ ਵੀਲ ਚੇਅਰ 'ਤੇ ਇੱਧਰ ਉੱਧਰ ਜਾਂਦੇ ਆ, ਪਰ ਉਹ ਅਪਾਹਜ ਹੋਣ ਦੇ ਨਾਲ ਨਾਲ ਬਹੁਤ ਵਧੀਆ ਮਨੁੱਖ ਨੇ, ਇੱਕ ਚੰਗੇ ਅਧਿਆਪਕ ਵੀ ਅਤੇ ਇੱਕ ਚੰਗੇ ਪਿਤਾ ਵੀ ਹਨ। ਉਹ ਆਪਣੇ ਪਿਤਾ ਦੀ ਮਦਦ ਕਰਦੀ ਹੈ ਅਤੇ ਉਸਦੇ ਪਾਪਾ ਉਸਦੀ ਪੜ੍ਹਾਈ ਵਿੱਚ ਮਦਦ ਕਰਦੇ ਨੇ। ਸਕੂਲ ਵਿੱਚ ਹਮੇਸ਼ਾ ਮੂਹਰੇ ਰਹਿਣ ਦਾ ਕਾਰਨ ਵੀ ਉਸਦੇ ਪਾਪੇ ਹਨ। ਉਹ ਕਹਿੰਦੀ ਵੀ ਉਸਦੇ ਪਾਪਾ ਚਾਹੇ ਅਪਾਹਜ ਨੇ ਪਰ ਇੱਕ ਚੰਗੇ ਪਿਤਾ ਅਤੇ ਚੰਗੇ ਅਧਿਆਪਕ ਨੇ। ਜੇ ਅੱਜ ਕੱਲ੍ਹ ਉਹ ਆਪਣੀ ਕਲਾਸ ਦੇ ਸਭ ਤੋਂ ਮੂਹਰੇ ਹੈ ਤਾਂ ਉਹਦੇ ਮੂਹਰੇ ਹੋਣ ਦਾ ਕਾਰਨ ਵੀ ਉਹਦੇ ਪਿਤਾ ਨੇ, ਕਿਉਂਕਿ ਉਹ ਉਹਨਾਂ ਦੀ ਕੰਮ ਵਿੱਚ ਮਦਦ ਕਰਦੇ ਹਨ। ਜਦੋਂ ਹੇਮਨ ਨੇ ਆਪਣਾ ਭਾਸ਼ਣ ਖਤਮ ਕੀਤਾ, ਸਾਰੀ ਜਮਾਤ ਨੇ ਤਾੜੀਆਂ ਮਾਰੀਆਂ। ਗਗਨ ਆਪਣੀਆਂ ਪੌੜੀਆਂ ਦੇ ਆਸਰੇ ਸੀਟ ਉੱਪਰ ਖੜਾ ਹੋ ਕੇ ਤਾੜੀਆਂ ਮਾਰ ਰਿਹਾ ਸੀ। ਜਦੋਂ ਉਹਨੇ ਦੱਸਿਆ ਕਿ ਸਾਨੂੰ ਕਿਸੇ ਵੀ ਅਪਾਹਜ ਇਨਸਾਨ ਦਾ ਮਜ਼ਾਕ ਉਡਾਉਣ ਦੀ ਬਜਾਏ ਵੀ ਉਹਦਾ ਹੌਸਲਾ ਵਧਾਉਣਾ ਚਾਹੀਦਾ ਗਾ ਅਤੇ ਉਹਦੇ ਨਾਲ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਆ, ਤਾਂ ਉਹਦਾ ਭਾਸ਼ਣ ਸੁਣ ਕੇ ਸਾਰੇ ਬੱਚੇ ਜਿਹੜੇ ਤਾੜੀਆਂ ਮਾਰਨੇ ਸ਼ੁਰੂ ਕਰ ਦਿੰਦੇ ਅਤੇ ਗਗਨ ਹੁੰਦਾ ਜਿਹੜਾ ਆਪਣੀ ਸੀਟ 'ਤੇ ਖੜਾ ਹੋ ਜਾਂਦਾ ਗਾ। ਸਟੂਡੈਂਟਸ ਇਹਦੇ ਵਿੱਚ ਸਾਨੂੰ ਕੀ ਸਿੱਖਿਆ ਮਿਲੇਗੀ? ਸਾਨੂੰ ਕਿਸੇ ਵੀ ਇਨਸਾਨ ਨੂੰ ਅਪਾਹਿਜ ਦੇਖ ਕੇ ਉਹਦੀ ਡਿਸੇਬਿਲਿਟੀ ਦੇਖ ਕੇ ਉਹਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਸਗੋਂ ਉਹਦੇ ਨਾਲ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਹੈ। ਕਿਉਂਕਿ ਅਪਾਹਿਜ ਵਿਅਕਤੀ ਆ ਉਹ ਸਰੀਰਕ ਤੌਰ 'ਤੇ ਅਪਾਹਿਜ ਹੋ ਸਕਦਾ ਪਰ ਮੈਂਟਲੀ ਉਹ ਸਟਰੋਂਗ ਹੋ ਸਕਦਾ ਅਤੇ ਉਹ ਸਾਡੇ ਤੋਂ ਵੀ ਕਿਤੇ ਅੱਗੇ ਅਤੇ ਇੰਟੈਲੀਜੈਂਟ ਹੋ ਸਕਦਾ ਹੈ। ਇਸ ਲਈ ਸਾਨੂੰ ਉਹਦਾ ਮਜ਼ਾਕ ਉਡਾਉਣ ਦੀ ਬਜਾਏ ਉਹਦੀ ਮਦਦ ਜਿਹੜੀ ਉਹ ਕਰਨੀ ਚਾਹੀਦੀ ਹੈ। ਓਕੇ ਸਟੂਡੈਂਟਸ, ਥੈਂਕ ਯੂ।